ਸਤਿ ਸ਼੍ਰੀ ਅਕਾਲ। मैं परमजीत कौर सैनी ते मेरे नाल सीनियर पत्रकार स्वर्ण सिंह टैना जी रोजाना की तरह तुहाडे रूबरू हो चुके हैं। प्रोग्राम खबरां दे आर पार लैके देश दुनिया ਦੀਆਂ ਤਾਜ਼ਾ ਤਰੀਨ ਖਬਰਾਂ ਦੇ ਬਾਬਤ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। ਦਰਸ਼ਕਾਂ ਨੂੰ ਸੱਦਾ ਦੇ ਕੇ ਕਿ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕਦੇ ਹੋ। ਕਮੈਂਟ ਬਾਕਸ ਦੇ ਰਾਹੀਂ ਕਮੈਂਟ ਬਾਕਸ ਦੇ ਵਿੱਚ ਖਬਰਾਂ ਦੇ ਬਾਬਤ ਆਪਣੇ ਵਿਚਾਰ ਰਾਹੀਂ ਟਿੱਪਣੀਆਂ ਦਿੰਦੇ ਰਹੋ ਤਾਂ ਜੋ ਅਗਲੀ ਕੜੀ ਦੇ ਵਿੱਚ ਅਸੀਂ ਕੁਝ ਚੁਣਿੰਦਾ ਕਮੈਂਟਸ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਉਹਨਾਂ ਤੇ ਵਿਚਾਰ ਚਰਚਾ ਕਰ ਸਕੀਏ। ਸ਼ੁਰੂਆਤ ਕਰ ਲੈਂਦੇ ਹਾਂ ਪ੍ਰੋਗਰਾਮ ਦੀ। ਸਭ ਤੋਂ ਪਹਿਲਾਂ ਟਾਣਾ ਸਾਹਿਬ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਜੀ। ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਸਭ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਜੋ ਮੁੱਖ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। इस समय टैना साहब जो खेती कानूनों ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਰੇੜਕਾ ਲਗਾਤਾਰ ਬਰਕਰਾਰ ਹੈ। ਸਥਿਤੀ ਖੜੋਤ ਵਾਲੀ ਹੈ। ਕੁਝ ਵੀ ਸਾਫ਼ ਸਪਸ਼ਟ ਨਹੀਂ ਹੋ ਰਿਹਾ ਕਿਉਂਕਿ ਮੋਦੀ ਸਾਹਿਬ ਦੇ ਵੱਲੋਂ ਤੇ ਮੋਦੀ ਸਰਕਾਰ ਦੇ ਵੱਲੋਂ ਸਾਫ਼ ਸੰਕੇਤ ਆ ਰਹੇ ਨੇ ਕਿ ਉਹ ਖੇਤੀ ਕਾਨੂੰਨ ਰੱਦ ਨਹੀਂ ਕਰਨਗੇ। ਦੂਜੇ ਪਾਸੇ ਜੇਕਰ ਕਿਸਾਨੀ ਅੰਦੋਲਨ ਨੂੰ ਵੇਖੀਏ ਤਾਂ ਇਧਰੋਂ ਸਾਫ਼ ਹੈ ਕਿ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਉਹ ਘਰ ਵਾਪਸੀ ਨਹੀਂ ਕਰਨਗੇ। ਸੋ ਅਜਿਹੇ ਦੇ ਵਿੱਚ 26 ਜਨਵਰੀ ਤੋਂ ਬਾਅਦ ਜੋ ਕੁਝ ਹੋਇਆ, ਇੱਕ ਜੋ ਢਾਹ ਲੱਗੀ, ਫਿਰ ਤੋਂ ਰਾਕੇਸ਼ ਟਕੈਤ ਤੋਂ ਬਾਅਦ ਜੋ ਇਸ ਅੰਦੋਲਨ ਨੂੰ ਮੁੜ ਤੋਂ ਜੋ ਬਲ ਮਿਲਿਆ, ਪੱਬਾ ਭਾਰ ਹੋਇਆ। ਅਜਿਹਾ ਕੁਝ ਹੀ ਹੁਣ ਯੂਪੀ ਤੇ ਹਰਿਆਣੇ ਦੀ ਤਰਜ਼ ਦੇ ਉੱਪਰ ਮਹਾ ਪੰਚਾਇਤ ਬੁਲਾਈ ਗਈ ਸੀ। ਪੰਜਾਬ ਦੇ ਵਿੱਚ ਬੀਤੇ ਦਿਨ ਲੁਧਿਆਣਾ ਦੇ ਜਗਰਾਉਂ ਵਿੱਚ ਹੋਈ ਹੈ। ਵੱਡਾ ਭਾਰੀ ਇਕੱਠ ਸੀ, ਸੈਲਾਬ ਉਮੜਿਆ ਸੀ, ਕਿਸਾਨ ਆਗੂਆਂ ਨੂੰ ਵੱਡਾ ਹੌਸਲਾ ਮਿਲਿਆ। ਕਿੰਜ ਵੇਖਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਜੀ ਤੇ ਇਹ ਗੱਲ ਸ਼ਾਇਦ ਕਿਸੇ ਨੂੰ ਚੰਗੀ ਨਾ ਲੱਗੇ, ਪਰ ਪੰਜਾਬ ਦੇ ਕਿਸਾਨਾਂ ਨਾਲੋਂ ਵੱਧ ਗਿਣਤੀ ਦੇ ਵਿੱਚ ਹਰਿਆਣੇ ਤੇ ਯੂਪੀ ਦੇ ਕਿਸਾਨ ਇਸ ਵਕਤ ਵੱਖ-ਵੱਖ ਬਾਰਡਰਾਂ ਦੇ ਉੱਤੇ ਆ। ਇਹ ਨਹੀਂ ਵੀ ਅਸੀਂ ਜਾ ਨਹੀਂ ਰਹੇ ਜਾਂ ਉੱਥੇ ਟਿਕੇ ਨਹੀਂ। ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕਿਸਾਨ ਉੱਥੇ ਹੈਗੇ ਆ। ਕਿਸਾਨ ਹੀ ਆ। ਉਹਨੂੰ ਮੈਂ ਇਹ ਨਹੀਂ ਸੋਚਦਾ ਕਿ ਕਿਹੜੇ ਆ, ਕਿਹਦੇ ਨਹੀਂ, ਕਿਹੜੇ ਧਰਮ ਦੇ ਆ, ਕਿਹੜੇ ਪਿੰਡ ਸ਼ਹਿਰ ਦੇ ਆ। ਪਰ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਥੇ ਆ ਕੇ ਵੀ ਊਰਜਾ ਭਰੀ ਜਾਵੇ। ਊਰਜਾ ਦੀ ਲੋੜ ਹੈਗੀ ਆ ਕਿਉਂਕਿ ਅਸੀਂ ਇਸ ਵਕਤ ਬਦਖੋਹੀ ਦੇ ਵਿੱਚ ਵੱਧ ਪੈ ਗਏ ਆ। ਮੈਂ ਨਹੀਂ ਕਦੇ ਦੇਖਿਆ ਵੀ ਭਾਈ ਯੂਪੀ ਦੇ ਲੋਕ ਵੀ ਇੱਕ ਦੂਜੇ ਦੇ ਖਿਲਾਫ ਪੋਸਟਾਂ ਪਾਉਂਦੇ ਹੋਣ, ਨਾ ਕਦੇ ਹਰਿਆਣੇ ਦੇ ਲੋਕਾਂ ਨੂੰ ਦੇਖਿਆ। ਪਰ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਕੁਝ ਕੁ ਲੋਕ ਜਿਹੜੇ ਕਿ ਇਸ ਵਕਤ ਇੱਕ ਦੂਜੇ ਦੀ ਮਿੱਟੀ ਪੱਟਣ ਦੇ ਉੱਤੇ ਵੀ ਤੁਲੇ ਹੋਏ ਆ। ਮੈਂ ਕੱਲ 3-4 ਪੋਸਟਾਂ ਦੇਖੀਆਂ ਫੇਸਬੁੱਕ ਦੇ ਉੱਤੇ, ਹੈਰਾਨ ਰਹਿ ਗਿਆ। ਇੱਕ ਤਾਂ ਰਾਜੇਵਾਲ ਦੀ ਫੋਟੋ ਲਾਈ ਆ, ਇੱਕ ਨਾਲ ਲਾਈ ਆ ਲੱਖੇ ਸਿਧਾਣੇ ਦੀ, ਨਾਲ ਲਾਈ ਆ ਰਾਕੇਸ਼ ਟਕੈਤ ਦੀ, ਨਾਲ ਲਾਈ ਹੈਗੀ ਜੋਗਿੰਦਰ ਸਿੰਘ ਉਗਰਾਹਾਂ ਦੀ, ਤੇ ਥੱਲੇ ਇਹ ਲਿਖਿਆ ਹੋਇਆ ਇਹਨਾਂ ਵਿੱਚੋਂ ਗੱਦਾਰ ਤੁਹਾਨੂੰ ਕੌਣ ਲੱਗਦਾ। ਕੋਈ ਵਿੱਚ ਲਿਖ ਰਿਹਾ ਜੀ ਦੀਪ ਸਿੱਧੂ ਲੱਗਦਾ, ਕੋਈ ਕਹਿੰਦਾ ਜੀ ਰਾਜੇਵਾਲ ਲੱਗਦਾ, ਕੋਈ ਕਹਿੰਦਾ ਜੀ ਮੈਨੂੰ ਤਾਂ ਟਕੈਤ ਲੱਗਦਾ। ਇਹ ਤਾਂ ਐਂ ਹੈ ਵੀ ਇਹਨਾਂ ਗੱਲਾਂ ਦੇ ਕਰਕੇ ਹੀ ਤਾਂ ਆਪਾਂ ਹੌਸਲਾ ਕੇਂਦਰ ਦਾ ਬੁਲੰਦ ਕਰ ਰਹੇ ਆ। ਇਹ ਗੱਲਾਂ ਕਰਕੇ ਜੇ ਤਾਂ ਕਿਸੇ ਦਾ ਫਾਇਦਾ ਹੁੰਦਾ, ਕਿਸਾਨ ਅੰਦੋਲਨ ਦਾ ਜੇਕਰ ਕੋਈ ਫਾਇਦਾ ਹੁੰਦਾ ਤਾਂ ਸਾਰੇ ਜਾਣੇ ਇਦਾਂ ਦੀਆਂ ਗੱਲਾਂ ਕਰਗੇ। ਪਰ ਜੇਕਰ ਕੋਈ ਫਾਇਦਾ ਨਹੀਂ ਹੁੰਦਾ ਤਾਂ ਫਿਰ ਆਪਾਂ ਇਸ ਵਿਦਵਤਾ ਨੂੰ ਥੋੜਾ ਜਿਹਾ ਕਾਬੂ ਦੇ ਵਿੱਚ ਰੱਖੀਏ। ਇਹ ਵਿਦਵਤਾ ਆਪਾਂ ਬਹੁਤ ਵਾਰੀ ਪੇਸ਼ ਕੀਤੀ ਹੈ। ਜਿਹੜਾ ਸੰਸਾਰ ਹੈ ਨਾ ਜ਼ਮੀਨੀ ਪੱਧਰ ਦੇ ਉੱਤੇ, ਉਹ ਹੋਰ ਤਰ੍ਹਾਂ ਦਾ ਹੁੰਦਾ। ਤੇ ਮੈਂ ਕਦੇ ਸੋਚਦਾ ਹੁੰਦਾ ਵੀ ਆਪਾਂ ਇਦਾਂ ਦੀਆਂ ਗੱਲਾਂ ਕਰਕੇ ਖੱਟਦੇ ਕੀ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਇਹ ਪੰਜਾਬ ਦੇ ਵਿੱਚ ਜਗਰਾਉਂ ਦੀ ਦਾਣਾ ਮੰਡੀ 'ਚ ਮਹਾ ਪੰਚਾਇਤ ਹੋਈ ਹੈ, ਇਹ ਸਮੇਂ ਦੀ ਲੋੜ ਸੀ। ਪੰਜਾਬ ਦੇ ਵਿੱਚ ਹਾਲੇ ਕਈ ਮਹਾ ਪੰਚਾਇਤਾਂ ਹੋਣੀਆਂ, ਬਹੁਤ ਸ਼ਾਰਟ ਨੋਟਿਸ ਦੇ ਉੱਤੇ ਇਹ ਹੋਈ ਆ, ਪਰ ਇਹਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ। ਇਸ ਇਕੱਠ ਦੇ ਵਿੱਚ ਬਹੁਤ ਲੋਕਾਂ ਦਾ ਉਤਸ਼ਾਹ ਸੀਗਾ ਤੇ ਮੈਨੂੰ ਆਸ ਆ ਵੀ ਜਿਵੇਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਤੇ ਯੂਪੀ ਦੀਆਂ ਮਹਾ ਪੰਚਾਇਤਾਂ ਤੋਂ ਬਾਅਦ ਦੋਵਾਂ ਬਾਰਡਰਾਂ ਦੇ ਉੱਤੇ ਟਿਕਰੀ ਤੇ ਸਿੰਘੂ ਤੇ ਗਾਜ਼ੀਪੁਰ ਦੇ ਉੱਤੇ ਲੋਕਾਂ ਨੇ ਇਕੱਠ ਵਧੇ ਆ। ਇਹ ਮਹਾ ਪੰਚਾਇਤਾਂ ਦੇ ਕਰਕੇ ਪੰਜਾਬ ਦੇ ਵਿੱਚੋਂ ਲੋਕ ਹੋਰ ਨਿਕਲਣਗੇ ਤੇ ਇਹਨਾਂ ਨੂੰ ਕੱਢ ਕੇ ਉੱਥੇ ਲਿਜਾਣ ਦੇ ਲਈ ਬੜੀ ਵੱਡੀ ਜ਼ਰੂਰਤ ਹੈ। ਕੱਲ ਜੋਗਿੰਦਰ ਸਿੰਘ ਉਗਰਾਹਾਂ ਨੇ, ਮਨਜੀਤ ਧਨੇਰ ਹੋਰਾਂ ਨੇ ਤੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਗੱਲ ਬੜੀ ਸਾਫ਼ ਤੇ ਸਪਸ਼ਟ ਕਰਤੀ ਵੀ ਸਾਡਾ ਆਪਸ ਦੇ ਵਿੱਚ ਕੋਈ ਰੌਲਾ ਨਹੀਂਗਾ। ਐਵੇਂ ਜੇਕਰ ਬਣਾਏ ਜਾਵੇ ਜੀ ਕਿ ਇਹ तो उससे गुस्से हो गए हैं, अब तो ये फूट पड़ गई है, अब तो ऐसे हो गया वैसे हो गया, इदां दी गल कोई नहीं गी। साडा कोई आपस दे विच वट बनने दा रौला नहीं आ। आपां देश दी किसानी दे लई आए आ। ਜਿਹੜੇ ਵੀ ਲੋਕ ਸਹਿਯੋਗ ਦੇ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ। ਸੋ ਮਹਾ ਪੰਚਾਇਤ ਦੇ ਵਿੱਚ ਲੋੜਿਆਂ ਦਾ ਇਕੱਠ ਸੀ, ਬੜਾ ਉਤਸ਼ਾਹ ਸੀ। ਲੋਕ ਆਪਦੇ ਘਰਾਂ ਦੇ ਵਿੱਚੋਂ ਆਪ ਪੈਸੇ ਖਰਚ ਕਰਕੇ ਆਏ ਆ। ਰੈਲੀਆਂ ਦੇ ਵਿੱਚ ਵੀ ਇਕੱਠ ਹੁੰਦਾ, ਪਰ ਰੈਲੀਆਂ ਦੇ ਵਿੱਚ ਦਾਰੂ ਪਾਣੀ ਦਾ ਵੀ ਲਾਲਚ ਦਿੱਤਾ ਜਾਂਦਾ, ਰੈਲੀਆਂ 'ਚ ਪ੍ਰਸ਼ਾਦੇ ਦਾ ਲਾਲਚ ਵੀ ਹੁੰਦਾ, ਰੈਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਲੈ ਕੇ ਜਾਣਾ ਤੇ ਘਰੇ ਛੱਡ ਕੇ ਜਾਣਾ ਇਹ ਵੀ ਹੁੰਦਾ। ਪਰ ਇੱਥੇ ਕਿਸਾਨ ਆਪਣੇ ਟਰੈਕਟਰਾਂ 'ਚ ਆਪ ਤੇਲ ਪਵਾ ਕੇ ਲਿਆਏ ਆ। ਜੇ ਬੱਸ ਕਰਵਾ ਕੇ ਲਿਆਏ ਤਾਂ ਕੱਲੇ ਕਿਸਾਨ ਨੇ ਆਪਦੀ ਜੇਬ ਦੇ ਵਿੱਚੋਂ ਪੈਸੇ ਦਿੱਤੇ ਆ। ਸੋ ਇਸ ਕਰਕੇ ਇਹ ਰੈਲੀ ਨਹੀਂ ਸੀ, ਇਹ ਇੱਕ ਇਹੋ ਜਿਹੇ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਲੋਕ ਸੀਗੇ ਜਿਨ੍ਹਾਂ ਨੇ ਕਿ ਬਹੁਤ ਵੱਡਾ ਸੰਕੇਤ ਦਿੱਤਾ ਵੀ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਵੀ ਲੋਕ ਹੋਰ ਵੀ ਜਾਗਣ ਤੇ ਜਿੰਨਾ ਜਾਗਣਗੇ ਤੇ
ਰਾਜਨੀਤਿਕ ਲੋਕਾਂ ਨੂੰ ਉਨਾ ਹੀ ਵਕਤ ਪਊਗਾ। ਜੀ ਬਿਲਕੁਲ। ਸੋ ਲਗਾਤਾਰ ਹੁਣ ਇਸ ਅੰਦੋਲਨ ਨੂੰ ਮੁੜ ਤੋਂ ਉਹੀ ਬਲ ਮਿਲਦਾ ਹੋਇਆ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਪੰਜਾਬ ਕਿਤੇ ਨਾ ਕਿਤੇ ਪੈਰ ਪਿਛਾਂ ਨੂੰ ਖਿੱਚ ਰਿਹਾ, ਪਰ ਕੱਲ ਦੀ ਮਹਾਪੰਚਾਇਤ ਨੇ ਇਹ ਵੀ ਵਹਿਮ ਦੂਰ ਕਰ ਦਿੱਤਾ। ਜਿਵੇਂ ਕਿ ਤੁਸੀਂ ਦੱਸਿਆ ਕਿ ਅਫਵਾਹਾਂ ਜਾਂ ਗੱਦਾਰੀ ਦੀਆਂ ਗੱਲਾਂ, ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਕੁਝ ਅਜਿਹਾ ਹੀ ਚਾਹੁੰਦੀ ਹੈ ਕੇਂਦਰ ਸਰਕਾਰ ਕਿ ਇਹਨਾਂ 'ਚ ਫੁੱਟ ਪਵੇ ਤੇ ਅੰਦੋਲਨ ਖਤਮ ਹੋਵੇ ਤੇ ਉਹਨਾਂ ਦੀ ਜਾਨ ਵੀ ਸੁਖਾਲੀ ਹੋਵੇ। ਸੋ ਹੁਣ ਲਗਾਤਾਰ ਜੇਕਰ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਸਾਫ਼ ਕਰ ਚੁੱਕੀ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ, ਸੋਧਾਂ ਕਰਵਾ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਦਿਨ 75 ਮਿੰਟ ਤੋਂ ਵੱਧ ਦਾ ਭਾਸ਼ਣ ਦਿੱਤਾ ਜਾਂਦਾ ਹੈ, ਦੂਸਰੇ ਦਿਨ 90 ਮਿੰਟ ਤੋਂ ਵੱਧ ਦਾ ਭਾਸ਼ਣ ਦਿੱਤਾ ਜਾਂਦਾ ਹੈ ਤੇ ਜਿਸ ਤਰ੍ਹਾਂ ਦੀ ਭਾਸ਼ਣ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਸਿੱਧੇ ਢੰਗ ਦੇ ਨਾਲ, ਤੇ ਜੇਕਰ ਰਾਜੇਵਾਲ ਸਾਹਿਬ ਦੀ ਸ਼ਬਦਾਂ ਦੇ ਵਿੱਚ ਕਹੀਏ ਤਾਂ ਡਿਪਲੋਮੈਟਿਕ ਗਾਲਾਂ ਕੱਢੀਆਂ ਜਾ ਰਹੀਆਂ ਨੇ ਕਿਸਾਨ ਆਗੂਆਂ ਨੂੰ, ਕਿੰਜ ਵੇਖਦੇ ਹੋ? ਦੇਖੋ, ਮੈਨੂੰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਵੀ ਹੈ ਤੇ ਦੁੱਖ ਵੀ ਹੈ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਰਾਜ ਸਭਾ ਦੇ ਵਿੱਚ 75 ਮਿੰਟ ਦਾ ਭਾਸ਼ਣ ਦਿੰਦੇ ਆ। ਉਹਨਾਂ 75 ਮਿੰਟਾਂ ਦੇ ਵਿੱਚੋਂ ਪੌਣਾ ਸਮਾਂ ਜਿਹੜਾ ਉਹ ਕਿਸਾਨਾਂ ਦੇ ਬਾਰੇ ਤੇ ਪੱਛਮੀ ਬੰਗਾਲ ਦੇ ਬਾਰੇ ਰੱਖਦੇ ਆ। ਫਿਰ ਲੋਕ ਸਭਾ ਦੇ ਵਿੱਚ 93 ਮਿੰਟ ਭਾਸ਼ਣ ਦਿੰਦੇ ਆ ਤੇ ਉਦੋਂ ਵੀ ਉਹਨਾਂ ਦੇ ਵੱਲੋਂ ਕਿਸਾਨੀ ਦੀ ਵੱਧ ਗੱਲ ਕੀਤੀ ਜਾਂਦੀ ਹੈ, ਪਰ ਗੱਲ ਉਵੇਂ ਕਰਦੇ ਜਿਵੇਂ ਉਹਨਾਂ ਨੂੰ ਸੂਤ ਲੱਗਦਾ। ਇੱਕ ਹੁੰਦਾ ਨਾ ਵੀ ਜਿਵੇਂ ਦੂਜੇ ਨੂੰ ਠੀਕ ਲੱਗੇ ਜਾਂ ਆਪਾਂ ਨਿਰਪੱਖ ਗੱਲ ਕਰੀਏ, ਉਹ ਇੱਕੋ ਹੀ ਗੱਲ ਕਰੀ ਜਾਂਦੇ ਜੀ ਕਿ ਹमें तो इसमें कुछ काला दिखाई नहीं देता, आप कलर की बात करते हो, आप एथेंटिक बात क्यों नहीं करते, आप कंटेंट पर बात क्यों नहीं करते। 11 ਮੀਟਿੰਗਾਂ ਤੁਹਾਡੇ ਮੰਤਰੀਆਂ ਦੇ ਨਾਲ ਕਿਸਾਨਾਂ ਦੀਆਂ ਹੋਈਆਂ ਤੇ ਉਦੋਂ ਰੰਗ ਦੀ ਗੱਲ ਹੀ ਹੋਈ ਗਈ ਹੈ। ਉਦੋਂ ਕੱਲੇ ਕਲੌਜ਼ ਦੇ ਉੱਤੇ 4 ਮੀਟਿੰਗਾਂ ਦੇ ਵਿੱਚ ਕੱਲੇ ਕਲੌਜ਼ ਦੇ ਉੱਤੇ ਗੱਲ ਹੋਈ ਹੈ ਤੇ ਹਾਲੇ ਫਿਰ ਉੱਥੇ ਹੀ ਕਿ ਇਹ ਤਾਂ ਸਾਰਾ ਕੁਝ ਠੀਕ ਹੈ, ਤੇ ਜੇ ਸਾਰਾ ਕੁਝ ਠੀਕ ਹੈ ਤੇ ਫਿਰ ਤੁਸੀਂ ਮੀਟਿੰਗਾਂ ਕਿਹੜੀ ਗੱਲੋਂ ਕਰਦੇ ਰਹੇ ਹੋ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਬਾਬਤ ਪਿੱਛੇ ਜੇ ਰਕੇਸ਼ ਟਕੈਤ ਨੇ ਕਿਹਾ ਸੀ ਵੀ ਗਾਲ ਨਹੀਂ ਕੱਢਣੀ, ਉਹ ਕਹਿੰਦੇ ਵੀ ਗਾਲ ਬਿਲਕੁਲ ਨਹੀਂ ਕੱਢਣੀ ਗੀ। ਜਿਹੜੇ ਵੀ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਬੈਠੇ ਆ ਜਾਂ ਕਿਸੇ ਵੀ ਬਾਰਡਰ ਦੇ ਉੱਤੇ ਕਿਸਾਨ ਆ, ਸਾਡੇ ਮਨ 'ਚ ਗੁੱਸਾ, ਪਰ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਅਪਸ਼ਬਦ ਨਹੀਂ ਬੋਲਣਾ ਚਾਹੁੰਦੇ, ਕਿਸੇ ਬਾਰੇ ਕੋਈ ਗਾਲ ਦੁੱਪੜ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਸ਼ਬਦਾਂ ਦੀ ਮਰਿਆਦਾ ਨੂੰ ਸਮਝੋ। ਉੱਥੇ ਤਾਂ ਗੱਲ ਇਹ ਕੀਤੀ ਜਾਂਦੀ ਆ ਤੇ ਪ੍ਰਧਾਨ ਮੰਤਰੀ ਸਾਹਿਬ ਅਸਿੱਧੇ ਤਰੀਕੇ ਨਾਲ ਗਾਲਾਂ ਕੱਢਦੇ ਆ। ਅੰਦੋਲਨ ਜੀਵੀ ਕੀ ਹੁੰਦਾ? ਭਗਤ ਸਿੰਘ ਨੇ ਅੰਦੋਲਨ ਨਹੀਂ ਸੀ ਕੀਤਾ, ਉਹ ਵੀ ਅੰਦੋਲਨ ਜੀਵੀ ਸੀ। ਇਹ ਆਪ ਅੰਦੋਲਨ ਦੇ ਵਿੱਚੋਂ ਆਏ ਆ, ਇਹ ਵੀ ਅੰਦੋਲਨ ਜੀਵੀ ਸੀ। ਮਤਲਬ ਇਹ ਆ ਵੀ ਕਿਸਾਨਾਂ ਨੂੰ ਟਿਚਰਾਂ ਹੋ ਰਹੀਆਂ, ਕਿਸਾਨਾਂ ਨੂੰ ਕਲਪਾਇਆ ਜਾ ਰਿਹਾ, ਉਹਨਾਂ ਦੇ ਜ਼ਖਮ ਦੇ ਉੱਤੇ ਲੂਣ ਭੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਕੁਛ ਨਹੀਂ ਫਰਕ ਪੈਂਦਾਗਾ, ਇਹ ਤਾਂ ਵਹਿਮ ਆ, ਉਹਨਾਂ ਨੂੰ ਇੱਕੋ ਹੀ ਉੱਤਰ ਦੇਣਾ ਬਣਦਾ ਵੀ ਜਿਹੜੀ ਕਣਕ ਆ ਉਹ ਕੀ ਭਾਅ 18-19 ਰੁਪਏ ਕਿਲੋ ਤੇ ਲੂਣ ਹੈਗਾ 25-27 ਰੁਪਏ ਕਿਲੋ, ਕਿਉਂਕਿ ਲੂਣ ਦੇ ਉੱਤੇ ਕਿਸੇ ਕਿਸਾਨ ਦਾ ਹੱਕ ਨਹੀਂਗਾ, ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਆ। ਲੂਣ ਦੇ ਪੈਕਟ ਤੋਂ ਹੀ ਪਤਾ ਲੱਗ ਜਾਂਦਾ ਵੀ ਜਿਹੜੀ ਖੇਤੀਬਾੜੀ ਆ ਉਹ ਫਸਲਾਂ ਕਿਹੜੇ ਪਾਸੇ ਨੂੰ ਜਾਣਗੀਆਂ। ਇਸ ਕਰਕੇ ਕਿਸਾਨ ਆਪਣੀ ਥਾਂ ਦੇ ਉੱਤੇ ਠੀਕ ਆ। ਉਸ ਤੋਂ ਅਗਲੀ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ अब वो वक्त नहीं जब कानून पूछकर बनाए जाते थे, हमने लोगों के फायदे के लिए बहुत सारी परिस्थितियां बदली हैं। वो कह रहे जी हमने टॉयलेट बनवाई गरीबों के लिए, वो कौन सी उन्होंने कहा था, हमने खाते खोले वो कौन सा कहा था। पर उन्होंने ये गल कहनी बनती है भी जे तुसी किसी के घर दे जाके कहोगे भी आ कमरा ढा दे, इहदी थां दे उत्ते टॉयलेट बनाउणी आ, तां बंदा लड़ूगा ना। जे किसी नूं कहोगे भी लम्मा पा के भी तेरा खाता खोलना, ਅਸੀਂ ਜੁੱਤੀ ਨਾਲ ਵੀ ਤੇਰਾ ਖਾਤਾ ਖੋਲਣਾ, ਉਹ ਲੜੂਗਾ ਨਾ। ਹੁਣ ਇਸੇ ਕਰਕੇ ਤੁਸੀਂ ਕਹਿੰਦੇ ਵੀ ਅਸੀਂ ਢਾ ਕੇ ਵੀ ਤੁਹਾਡੀ ਜ਼ਮੀਨ ਲੈ ਜਾਾਂਗੇ, ਅਸੀਂ ਧੱਕੇ ਦੇ ਨਾਲ ਤੁਹਾਨੂੰ ਇਹ ਫਸਲਾਂ ਇਹਦਾ ਕੰਟਰੈਕਟ ਫਾਰਮਿੰਗ ਹੋਊਗੀ। ਉਹ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਉਹਦੇ ਵਿੱਚ ਕਿਸੇ ਦੇ ਹਿੱਤ ਦਾ ਨੁਕਸਾਨ ਨਹੀਂ ਸੀ, ਬਿਲਕੁਲ ਫਾਇਦਾ ਭਾਵੇਂ ਘੱਟ ਹੋਇਆ ਹੋਵੇ ਪਰ ਨੁਕਸਾਨ ਕੋਈ ਨਹੀਂ ਸੀ। ਜ਼ਮੀਨ ਹੈ ਜਿਹੜੀ ਇਹ ਕਿਸਾਨ ਦੀ ਮਾਂ ਵੀ ਆ, ਕਿਸਾਨ ਦਾ ਕਰਮ ਵੀ ਆ, ਕਿਸਾਨ ਦੀਆਂ ਯਾਦਾਂ ਵੀ ਆ, ਕਿਸਾਨ ਦੇ ਪੁਰਖਿਆਂ ਦੀ ਅਮਾਨਤ ਵੀ ਆ, ਤੇ ਉਹ ਜ਼ਮੀਨ ਨੂੰ ਕਿਵੇਂ ਛੱਡ ਸਕਦਾ। ਸੋ ਪ੍ਰਧਾਨ ਮੰਤਰੀ ਸਾਹਿਬ ਜੇਕਰ ਇਹ ਕਹਿੰਦੇ ਆ ਵੀ ਭਾਈ ਸਾਰਾ ਕੁਝ ਠੀਕ ਹੈ, ਜੋ ਅਸੀਂ ਕਹਿੰਦੇ ਆ ਉਹੀ ਠੀਕ ਆ, ਉਹ ਕਹਿੰਦੇ ਜੀ ਇਹ ਤਾਂ ਭੜਕਾਏ ਗਏ ਕਿਸਾਨ ਹੈ, ਇਹ ਤਾਂ ਐਸੇ ਕਿਸਾਨ ਹੈ। ਅੱਜ ਤਾਂ ਰਿਪੋਰਟ ਇਹ ਆਈ ਆ ਵੀ ਹਰਿਆਣੇ ਦੇ ਕਿਸਾਨ ਸਭ ਤੋਂ ਵੱਧ ਗਿਣਤੀ 'ਚ ਬੈਠੇ ਬਾਰਡਰਾਂ ਤੇ ਹਰਿਆਣੇ 'ਚ ਯੂਪੀ ਦੇ ਵਿੱਚ ਸਰਕਾਰ ਹੈਗੀ ਭਾਜਪਾ ਦੀ, ਮਤਲਬ ਇਹ ਆ ਵੀ ਪੰਜਾਬ ਦੀ ਸਰਕਾਰ ਨੇ ਉੱਥੇ ਵੀ ਭੇਜਤੇ ਆ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਵੀ ਜੇਕਰ ਤੁਹਾਨੂੰ ਭੁਲੇਖਾ ਨਾ, ਕਿਸਾਨਾਂ ਨੂੰ ਵੀ ਬਿਠਾ ਲਓ, ਆਪ ਵੀ ਬਹਿ ਜਾਓ, ਚਲੋ ਆਪਦੇ ਗੋਦੀ ਮੀਡੀਆ ਦੇ ਉੱਤੇ ਲਾਈਵ ਹੋ ਜਾਓ, ਨਾਲੇ ਲੋਕਾਂ ਨੂੰ ਪਤਾ ਲੱਗੂਗਾ ਵੀ ਕਿਹੜਾ ਤਰਕ ਦੇ ਵਿੱਚ ਆ ਕਿਹੜਾ ਨਹੀਂ ਤਰਕ ਦੇ ਵਿੱਚ। ਸੋ ਪ੍ਰਧਾਨ ਮੰਤਰੀ ਸਾਹਿਬ ਇੱਕ ਪਾਸੇ ਕਹਿੰਦੇ ਆ ਕਿ ਆਪਣੀ ਤੁਹਾਡੇ ਨਾਲ ਸਿਰਫ ਇੱਕ ਫੋਨ ਕਾਲ ਦੀ ਦੂਰੀ ਆ, ਤੇ ਨਾ ਫੋਨ ਕਰਦੇ ਆ ਤੇ ਨਾ ਫੋਨ ਸੁਣਦੇ ਆ, ਇਸ ਕਰਕੇ ਮੀਟਿੰਗ ਸਮੇਂ ਦੀ ਲੋੜ ਵੀ ਆ, ਪਰ ਕਿਸਾਨੀ ਮੰਗਾਂ ਦੇ ਉੱਤੇ ਗੌਰ ਫਰਮਾਈ ਹੋਣੀ ਚਾਹੀਦੀ ਜੀ। ਬਿਲਕੁਲ, ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਲੋਕ ਸਭਾ ਦੇ ਵਿੱਚ ਵੀ ਬੋਲਦੇ ਨੇ, ਰਾਜ ਸਭਾ 'ਚ ਵੀ ਬੋਲਦੇ ਨੇ, ਪਹਿਲਾਂ ਬੋਲ ਕੇ ਗਏ ਸੀ ਕਿ ਇੱਕ ਫੋਨ ਕਾਲ ਦੀ ਦੂਰੀ ਹੈ, ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਕਿਹਾ ਜਾਂਦਾ ਹੈ ਕਿ ਗੱਲਬਾਤ ਤਾਂ ਕਿਸਾਨਾਂ ਦੇ ਨਾਲ ਚੱਲ ਰਹੀ ਹੈ, ਜਦ ਕਿ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਗੱਲਬਾਤ ਚੱਲ ਕਿਸ ਦੇ ਨਾਲ ਰਹੀ ਹੈ। ਸੋ ਲਗਾਤਾਰ ਲੋਕਾਂ ਦਾ ਜੋ ਕਿਸਾਨਾਂ ਦਾ ਰੋਸ਼ ਹੈ ਕਿ ਗੱਲਾਂ ਕੀਤੀਆਂ ਕੁਝ ਹੋਰ ਜਾ ਰਹੀਆਂ ਤੇ ਜ਼ਮੀਨੀ ਹਕੀਕਤ ਕੁਝ ਹੋਰ ਹੈ। ਟੈਨਾ ਸਾਹਿਬ, ਆਕਾ ਨੇ, ਮੋਦੀ ਸਰਕਾਰ ਹੈ, ਸੈਂਟਰ 'ਚ ਬੈਠੀ ਹੈ,
ਦਫ਼ਤਰਾਂ 'ਚ ਬੈਠ ਕੇ ਫੈਸਲੇ ਹੁੰਦੇ ਨੇ, ਨੀਤੀਆਂ ਬਣਾਈਆਂ ਜਾਂਦੀਆਂ ਨੇ, ਪਰ ਜੋ ਖਾਮਿਆਜੇ ਭੁਗਤਣੇ ਪੈਂਦੇ ਨੇ ਉਹ ਸਭ ਤੋਂ ਹੇਠਲੇ ਪੱਧਰ ਤੇ ਜੋ ਇਹਨਾਂ ਦੇ ਵਰਕਰ ਨੇ ਉਹਨਾਂ ਨੂੰ ਭੁਗਤਣੇ ਪੈਂਦੇ ਨੇ। ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਭਾਜਪਾ ਨੇਤਾਵਾਂ ਦਾ ਭਾਜਪਾ ਆਗੂਆਂ ਦਾ ਜਿਹੋ ਜਿਹਾ ਉਹਨਾਂ ਦੇ ਨਾਲ ਵਤੀਰਾ ਹੋ ਰਿਹਾ, ਲੋਕਾਂ ਦੇ ਵੱਲੋਂ, ਕਿਸਾਨਾਂ ਦੇ ਵੱਲੋਂ ਵੋਟਾਂ ਮੰਗਣ ਜਾਂਦੇ ਨੇ ਤਾਂ ਲੋਕ ਖਰੀਆਂ ਖਰੀਆਂ ਸੁਣਾਉਂਦੇ ਨੇ, ਵੋਟਾਂ ਮੰਗਣ ਜਾਂਦੇ ਨੇ ਤਾਂ ਕਿਸਾਨ ਘੇਰਾ ਪਾ ਲੈਂਦੇ ਨੇ। ਕਦੀ ਏਦਾਂ ਦੀਆਂ ਖਬਰਾਂ ਰੋਜ਼ ਹੀ ਸੁਣਨ ਨੂੰ ਮਿਲ ਜਾਂਦੀਆਂ, ਕਦੀ ਦਫ਼ਤਰ ਬੰਦ ਕਰਾ ਦਿੱਤੇ ਜਾਂਦੇ ਨੇ, ਕਦੀ ਭਜਾਇਆ ਜਾਂਦਾ ਹੈ। ਸਾਰਾ ਭੁਗਤਾਨ ਉੱਪਰ ਦੀ ਸਰਕਾਰ ਦੇ ਵੱਲੋਂ ਲਏ ਗਏ ਫੈਸਲਿਆਂ ਕਰਕੇ ਹੋ ਰਿਹਾ। ਕਿੰਜ ਵੇਖਦੇ ਹੋ ਤੁਸੀਂ? ਗੱਲ ਦੱਸੀ ਹੈ ਨਾ ਵੀ ਐਦਾਂ ਵੀ ਹੋ ਰਿਹਾ, ਦੜਾਏ ਵੀ ਜਾਂਦੇ ਆ, ਦਫ਼ਤਰ ਵੀ ਬੰਦ ਕਰਾਏ ਜਾਂਦੇ ਆ, ਘਰਾਂ 'ਚ ਵੀ ਘੇਰਾ ਪਾਇਆ ਗਿਆ। ਇਸ ਦੇ ਬਾਵਜੂਦ ਵੀ ਮਾਂ ਦੇ ਪੁੱਤ ਕਹਿੰਦੇ ਆ ਵੀ 117 ਦੀਆਂ 117 ਸੀਟਾਂ ਜਿੱਤਾਂਗੇ 2022 ਦੇ ਵਿੱਚ। ਪਹਿਲਾਂ ਅੱਜ ਵਾਲੀਆਂ ਕੌਂਸਲ ਚੋਣਾਂ ਵਾਸਤੇ ਬੰਦੇ ਨਹੀਂ ਪੂਰੇ ਮਿਲੇਗੇ, ਪਰ ਅਸੀਂ ਉਦੋਂ 117 ਸੀਟਾਂ ਜਿੱਤ ਲੈਣੀਆਂ। ਇਹ ਹੈਰਾਨੀ ਵਾਲੀ ਗੱਲ ਆ। 14 ਤਰੀਕ ਨੂੰ ਪੰਜਾਬ ਦੇ ਵਿੱਚ ਕੌਂਸਲ ਚੋਣਾਂ ਹੋਣੀਆਂ, 17 ਤਰੀਕ ਨੂੰ ਨਤੀਜੇ ਆਉਣੇ ਆ। ਇਹਨਾਂ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਦੇ ਮੂਹਰੇ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਹੋਈਆਂ। ਕਮਾਲ ਦੀ ਗੱਲ ਇਹ ਦੇਖੋ ਵੀ ਐਤਕੀ 50% ਤੋਂ ਘੱਟ ਸੀਟਾਂ ਜਿੱਥੇ ਬੀਜੇਪੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਆ। ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਆਗੂ ਇਹੋ ਜਿਹੇ ਜਿਹੜੇ ਉਮੀਦਵਾਰ ਤਾਂ ਬਣੇ ਆ, ਪਰ ਉਹਨਾਂ ਨੇ ਕਿਹਾ ਜੀ ਅਸੀਂ ਕਮਲ ਦੇ ਫੁੱਲ ਤੇ ਚੋਣ ਨਹੀਂ ਲੜਨੀਗੀ, ਅਸੀਂ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੇ ਆ। ਮਤਲਬ ਇਹ ਆ ਵੀ ਉਹਨਾਂ ਨੂੰ ਘੇਰਾ ਪੈਂਦਾ ਜਾਪਦਾ ਵੀ ਯਾਰ ਏਦਾਂ ਹਾਰ ਸਾਡੀ ਪੱਕੀ ਆ। ਮੈਂ ਕਈ ਵੀਡੀਓ ਦੇਖੀਆਂ, ਉਹਦੇ ਵਿੱਚ ਇੱਕ ਔਰਤ ਆ, ਉਹ ਆਪਣੇ ਸਮਰਥਕਾਂ ਦੇ ਨਾਲ ਡੋਰ ਟੂ ਡੋਰ ਜਾ ਰਹੀ ਹੈ, ਸ਼ਾਇਦ ਤੁਸੀਂ ਵੀ ਦੇਖੀ ਹੋਵੇ, ਸਾਡੇ ਦਰਸ਼ਕਾਂ ਨੇ ਦੇਖੀ ਹੋਵੇ ਜੀ। ਤੇ ਉਹਦੇ ਵਿੱਚ ਬੰਦਾ ਬਾਹਰ ਨਿਕਲ ਕੇ ਗੱਲ ਕਹਿੰਦਾ ਵੀ ਕਿਹੜੀ ਪਾਰਟੀ ਤੋਂ? ਕਹਿੰਦੇ ਜੀ ਇਸ ਪਾਰਟੀ ਤੋਂ। ਕਹਿੰਦੇ ਤੁਹਾਨੂੰ ਸੰਗ ਨਹੀਂ ਆਈ, ਤੁਸੀਂ ਫੇਰ ਵੀ ਖੜੇ ਆ, ਹਾਲੇ ਵੀ ਖੜੇ ਆ। ਜਦੋਂ ਲੋਕ ਇਦਾਂ ਦੇ ਸਵਾਲ ਮੂੰਹ ਤੇ ਕਰਦੇ ਹੋਣ, ਉਦੋਂ ਹਕੀਕਤ ਤੋਂ ਸਬਕ ਲੈਣਾ ਚਾਹੀਦਾ, ਜੋ ਸੱਚ ਆ ਉਹਨੂੰ ਕਬੂਲ ਕਰਨਾ ਚਾਹੀਦਾ। ਜੇਕਰ ਤੁਸੀਂ ਪੰਜਾਬ ਦੇ ਨੇਤਾ ਕੇਂਦਰ ਤੱਕ ਇਹ ਗੱਲ ਨਹੀਂ ਪਹੁੰਚਾ ਸਕੇ ਵੀ ਭਾਈ ਪੰਜਾਬ ਦੇ ਵਿੱਚ ਅਸਲ ਹਾਲਾਤ ਕੀ ਹੈ, ਤੇ ਫਿਰ ਤੁਸੀਂ ਕਹਿੰਦੇ ਹੋ ਜੀ ਕਿਸੇ ਤਾਂ ਕਮਾਲ ਕਰੀ ਜਾਂਦੇ, ਫਿਰ ਕਮਾਲ ਕਮੂਲ ਘਰ ਜੋਗੀ ਰਹਿ ਜਾਂਦੀ ਹੈ। ਸੋ ਇਸ ਚੋਣ ਤੋਂ ਬਾਅਦ ਹੀ ਪਤਾ ਲੱਗ ਜਾਣਾ ਕਿ ਬੀਜੇਪੀ ਕਿੱਥੇ ਜੇ ਖੜੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕਈ ਥਾਵਾਂ ਦੇ ਉੱਤੇ ਹਿੰਸਕ ਘਟਨਾਵਾਂ ਵਾਪਰੀਆਂ। ਆ ਮੋਗੇ ਦੇ ਵਿੱਚ ਅਕਾਲੀ ਤੇ ਕਾਂਗਰਸੀ ਸਮਰਥਕਾਂ ਦੇ ਵਿੱਚ ਝੜਪਾਂ ਹੋਈਆਂ, 2 ਬੰਦੇ ਮਾਰੇ ਗਏ। ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੇ ਵਿੱਚ ਕਾਗਜ਼ ਦਾਖਲ ਗੋਲੀ ਚੱਲੀ, ਤਰਨਤਾਰਨ ਦੇ ਵੱਲ ਕਈ ਥਾਵਾਂ ਤੇ ਗੋਲੀ ਚੱਲੀ, ਉਥੇ ਜੀ ਝੜਪਾਂ ਵੀ ਹੋਈਆਂ, ਕਈ ਬੰਦੇ ਜ਼ਖਮੀ ਹੋਏ ਆ। ਪੰਜਾਬ ਦੇ ਵਿੱਚ ਇਹਦਾ ਮਤਲਬ ਇਹ ਆ ਵੀ ਕਈ ਲੋਕ ਇਹੋ ਜਿਹੇ ਹਾਲੇ ਵੀ ਆ ਜਿਹੜੇ ਪੂਛ ਦੇ ਪਿੱਛੇ ਲੜਾਈ ਲੜਦੇ ਆ, ਜਿਨ੍ਹਾਂ ਨੂੰ ਪੂਛ ਤੋਂ ਬਿਨਾਂ ਸੁਝਦਾ ਕੋਈ ਨਹੀਂ। ਮੈਂ ਐ ਆ, ਸਾਡਾ ਬੰਦਾ ਐ ਆ, ਅਸੀਂ ਫਲਾਣੀ ਪਾਰਟੀ ਦੇ ਆ। ਇਹਨਾਂ ਗੱਲਾਂ ਦੇ ਕਰਕੇ ਆਪਾਂ ਡੁੱਬ ਗਏ ਆ, ਇਹਨਾਂ ਗੱਲਾਂ ਦੇ ਕਰਕੇ ਅਸੀਂ ਉੱਠ ਨਹੀਂ ਸਕੇ, ਤੇ ਇੰਨਾ ਕੁਝ ਹੋਈ ਜਾਂਦਾ ਪੰਜਾਬ ਦੇ ਨਾਲ, ਤੇ ਫਿਰ ਵੀ ਆਪਾਂ ਉੱਥੇ ਹੀ ਚਿੱਕੜ ਦੇ ਵਿੱਚ ਫਸੇ ਵੀ ਆ। ਥੋੜਾ ਜਿਹਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਬਿਲਕੁਲ। ਸੋ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ ਗਰਮਾਈ ਹੋਈ ਹੈ, ਉੱਥੇ ਪੰਜਾਬ ਦੇ ਵਿੱਚ ਜੋ ਅਕਾਲੀ ਕਾਂਗਰਸੀ ਵਰਕਰਾਂ ਦੇ ਵਿਚਕਾਰ ਜੋ ਝੜਪਾਂ ਹੋ ਰਹੀਆਂ, ਇਸ ਨੇ ਵੀ ਸਥਿਤੀ ਨੂੰ ਜੋ ਗੰਭੀਰ ਬਣਾਇਆ ਹੋਇਆ ਹੈ। ਸੋ ਲੋਕਾਂ ਦੀ ਲਗਾਤਾਰ ਮੰਗ ਹੈ, ਪਾਰਟੀਆਂ ਦੀ, ਸਿਆਸੀ ਪਾਰਟੀਆਂ ਦੀ ਮੰਗ ਹੈ ਕਿ ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਸ਼ਾਂਤਮਈ ਹੋਣ। ਇਸ ਦੇ ਲਈ ਪੈਰਾਮਿਲਟਰੀ ਫੋਰਸ ਤੱਕ ਤੈਨਾਤ ਕੀਤੀ ਜਾਵੇ। ਸੋ ਟੈਨਾ ਸਾਹਿਬ, ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆ ਆਖਰੀ ਤੇ ਜ਼ਰੂਰੀ ਖਬਰ ਕਿ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਹੀ ਹੈ ਕਿ ਜੋ 26 ਜਨਵਰੀ ਨੂੰ ਜੋ ਕੁਝ ਹੋਇਆ ਸੀ, ਉਸ ਤੋਂ ਬਾਅਦ ਕਈ ਨੌਜਵਾਨਾਂ ਦੇ ਉੱਪਰ ਪਰਚੇ ਪਏ, ਕਈਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਇਹਨਾਂ ਸਭ ਦੀਆਂ ਜੋ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਵੀ ਇੱਕ ਅਭਿਆਨ, ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਤੇ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ, ਜਿਨ੍ਹਾਂ ਦੇ ਵਿੱਚ ਦੀਪ ਸਿੱਧੂ ਦਾ ਨਾਮ ਵੀ ਹੈ, ਨੌਰੀਤ ਦਾ ਨਾਮ ਵੀ ਹੈ, ਲੱਖਾ ਸਿਧਾਣੇ ਤੇ ਜਿਸ ਨੂੰ ਪੁਲਿਸ ਲੱਭਦੀ ਫਿਰਦੀ ਹੈ ਕਿ ਇਸ ਦੀ ਗ੍ਰਿਫਤਾਰੀ ਕੀਤੀ ਜਾਣੀ ਹੈ, ਉੱਥੇ ਨਵਰੀਤ ਜਿਸ ਦੀ ਕਿ 26 ਜਨਵਰੀ ਵਾਲੇ ਦਿਨ ਮੌਤ ਹੋ ਗਈ ਸੀ। ਕਿੰਜ ਵੇਖਦੇ ਹੋ? ਦੇਖੋ, ਗੱਲ ਇਹ ਆ ਵੀ ਜਿੰਨੇ ਵੀ ਇਸ ਵਕਤ ਕਿਸਾਨ ਆਗੂ ਫੜੇ ਗਏ ਆ, ਜਾਂ ਜਿੰਨੇ ਵੀ ਕਿਸਾਨ 26 ਜਨਵਰੀ ਦੇ ਮੌਕੇ ਤੇ ਗ੍ਰਿਫਤਾਰ ਕੀਤੇ ਗਏ ਆ, ਉਹਨਾਂ ਦੀ ਰਿਹਾਈ ਦੇ ਲਈ ਹੰਭਲਾ ਸਾਂਝੇ ਤੌਰ ਤੇ ਮਾਰਨਾ ਚਾਹੀਦਾ। ਜੇ ਅਸੀਂ ਵੰਡੀਆਂ ਦੇ ਵਿੱਚ ਰਹਿ ਗਏ ਨਾ, ਤੇ ਜਾਂ ਇਹ ਸੋਚਣ ਲੱਗ ਪਏ ਵੀ ਜਿਹੜਾ ਫਸ ਗਿਆ ਆਪਾਂ ਕੀ ਲੈਣਾ, ਇਹਦਾ ਮਤਲਬ ਇਹ ਆ ਕਿ ਅਸੀਂ ਆਪਣੇ ਮੋਰਚੇ ਨੂੰ, ਆਪਣੇ ਅੰਦੋਲਨ ਨੂੰ ਆਪੇ ਹੀ ਥੱਲੇ ਕਰਨਾ ਚਾਹੁੰਦੇ ਆ, ਜਿਹਦੇ ਨਾਲ ਜੋ ਵੀ ਕੁਝ ਹੋਇਆ ਉਹ ਘਰ ਦੇ ਵਿੱਚ ਬੈਠ ਕੇ ਉਹਨੂੰ ਝਿੜਕਿਆ ਵੀ ਜਾ ਸਕਦਾ, ਉਹਨੂੰ ਸਮਝਾਇਆ ਵੀ ਜਾ ਸਕਦਾ। ਪਰ ਜਦੋਂ ਹੁਣ ਸੰਕਟ ਦੀ ਘੜੀ ਆ ਤਾਂ ਸਾਰਿਆਂ ਨੂੰ ਨਾਲ ਹੰਭਲਾ ਮਾਰਨਾ ਚਾਹੀਦਾ। ਦੀਪ ਸਿੱਧੂ ਸਹੀ ਆ ਜਾਂ ਗਲਤ ਆ, ਸਾਡਾ ਵਿਸ਼ਾ ਇਹ ਨਹੀਂਗਾ, ਪਰ ਗੱਲ ਇਹ ਆ ਵੀ ਦੀਪ ਸਿੱਧੂ ਦੇ ਮਾਮਲੇ ਦੇ ਉੱਤੇ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਦੀਪ ਸਿੱਧੂ ਦਾ ਕੇਸ ਵੀ ਲੜਨਾ ਚਾਹੀਦਾ, ਤੇ ਕਈ ਕਿਸਾਨ ਜਥੇਬੰਦੀਆਂ ਉਹਦੇ ਹੱਕ ਦੇ ਵਿੱਚ ਵੀ ਆ, ਤੇ ਕਈ ਵਕੀਲ ਆ ਜਿਹੜੇ ਉਹਦੇ ਹੱਕ ਦੇ ਵਿੱਚ ਕੇਸ ਲੜਨ ਵਾਸਤੇ ਆਏ ਆ। ਉਸ ਤੋਂ ਅਗਲੀ ਗੱਲ ਆ ਲੱਖੇ ਸਿਧਾਣੇ ਦੀ। ਮੈਂ ਲੱਖੇ ਸਿਧਾਣੇ ਨੂੰ ਹਾਲੇ ਤੱਕ ਕਦੇ ਵੀ ਕੋਈ ਫੁੱਟ ਪਾਉਣ ਵਾਲੀ ਗੱਲ ਕਰਦੇ ਨਹੀਂ ਸੁਣਿਆ। ਹੋ ਸਕਦਾ ਕਿਸੇ ਨੇ ਸੁਣਿਆ ਹੋਵੇ, ਪਰ ਮੈਂ ਨਹੀਂ ਸੁਣਿਆ। ਉਹਨੇ ਜਦੋਂ ਵੀ ਲਾਈਵ ਹੋ ਕੇ ਗੱਲ ਕੀਤੀ ਆ, ਉਹਨੇ ਏਕੇ ਦੀ ਗੱਲ ਕਹੀ ਆ। ਹੁਣ ਵੀ ਉਹਨੇ ਇਹ ਗੱਲ ਕਹੀ ਆ ਵੀ ਸਾਡੇ ਵਿੱਚ 100 ਤਰ੍ਹਾਂ ਦੇ ਮਤਭੇਦ ਹੋਣਗੇ। ਹੋ ਸਕਦਾ ਕਿਸਾਨ ਜਥੇਬੰਦੀਆਂ ਦੀ ਮੈਨੂੰ ਕੋਈ ਗੱਲ ਨਾ ਚੰਗੀ ਲੱਗਦੀ ਹੋਵੇ, ਮੇਰੀ ਗੱਲ ਕੋਈ ਉਹਨਾਂ ਨੂੰ ਵਿਆਹ ਵਰਗੀ ਲੱਗਦੀ ਹੋਵੇ। ਦੀਪ ਸਿੱਧੂ ਨਾਲ ਮੇਰੇ ਲੱਖਾਂ ਤਰ੍ਹਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਇਹ ਵੇਲਾ ਉਹ ਨਹੀਂਗਾ
ਵੀ ਜਦੋਂ ਕੁੱਕੜਾਂ ਵਾਂਗੂ ਅਸੀਂ ਆਪਸ 'ਚ ਲੜੀ ਜਾਈਏ। ਸਾਡੇ ਪੰਜਾਬੀਆਂ ਦੇ ਬਾਰੇ ਇੱਕ ਮਸ਼ਹੂਰ ਆ ਗੱਲ ਕਿ ਅਸੀਂ ਹੰਭਲਾ ਸਭ ਤੋਂ ਪਹਿਲਾਂ ਮਾਰਦੇ ਆ, ਲਹਿਰ ਖੜੀ ਵੀ ਅਸੀਂ ਕਰਦੇ ਆ, ਪਰ ਜਦੋਂ ਨਤੀਜੇ ਤੇ ਪਹੁੰਚਣਾ ਹੁੰਦਾ ਉਦੋਂ ਕਈ ਵਾਰ ਜੁੰਡੋ-ਜੁੰਡੀ ਹੋ ਜਾਂਦੇ ਆ ਵੀ ਐਤਕੀ ਸਾਨੂੰ ਉਹ ਕੁਝ ਨਹੀਂ ਕਰਨਾ ਚਾਹੀਦਾ। ਲੱਖੇ ਸਿਧਾਣੇ ਨੇ ਇਹ ਗੱਲ ਕਹੀ ਆ। ਨੌਦੀਪ ਕੌਰ ਮੁਕਤਸਰ ਸਾਹਿਬ ਦੇ ਇੱਕ ਪਿੰਡ ਦੀ ਰਹਿਣ ਵਾਲੀ ਆ, ਕੁੰਡਲੀ ਦੇ ਕੋਲੇ ਇੱਕ ਫੈਕਟਰੀ ਆ, ਉੱਥੇ LED ਬਲਬ ਬਣਾਉਣ ਵਾਲੀ ਉਹਦੇ ਵਿੱਚ ਕੰਮ ਕਰਦੀ ਸੀ। ਉਹਨੂੰ ਸੋਨੀਪਤ ਜੇਲ੍ਹ ਦੇ ਵਿੱਚ ਹੁਣ ਰੱਖਿਆ ਗਿਆ। ਉਹਦੀ ਰਿਹਾਈ ਦੇ ਵਾਸਤੇ ਵੀ ਲੋਕ ਮੰਗ ਕਰ ਰਹੇ, ਕਰਨੀ ਚਾਹੀਦੀ ਹੈ। ਪਰ ਨਵਰੀਤ ਸਿੰਘ ਆ ਜਿਹੜਾ, ਉਹਦੇ ਨਾਲ ਧੱਕਾ ਹੋਇਆ, ਬਹੁਤ ਵੱਡਾ ਧੱਕਾ ਹੋਇਆ। ਡਿਬਡਿਬਾ ਪਿੰਡ ਦਾ ਰਹਿਣ ਵਾਲਾ, ਉਹਦੇ ਦਾਦਾ ਹਰਦੀਪ ਸਿੰਘ ਨੇ ਪਿਛਲੇ ਦਿਨੀ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਮੇਰੇ ਪੋਤੇ ਦੀ ਮੌਤ ਦੇ ਅਸਲ ਕਾਰਨ ਦੱਸੇ ਜਾਣ, ਕਿਉਂਕਿ ਪੁਲਿਸ ਕਹਿੰਦੀ ਹੈ ਵੀ ਟਰੈਕਟਰ ਪਲਟ ਗਿਆ ਸੀ 26 ਨੂੰ, ਜਦ ਕਿ ਲੋਕ ਇਹ ਗੱਲ ਕਹਿੰਦੇ ਆ, ਪੁਲਿਸ ਦੇ ਉੱਤੇ ਦੋਸ਼ ਲੱਗਦੇ ਵੀ ਇਹਨਾਂ ਦੀ ਗੋਲੀ ਗਲ ਦੇ ਵਿੱਚ ਵੱਜੀ ਹੈ ਤਾਂ ਕਰਕੇ ਮੌਤ ਹੋਈ ਹੈ। ਤੇ ਹੁਣ ਪਤਾ ਲੱਗਾ ਜੀ ਕਿ ਹਾਈ ਕੋਰਟ ਦੇ ਵੱਲੋਂ ਦਿੱਲੀ ਦੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਗਿਆ, 26 ਫਰਵਰੀ ਤੱਕ ਮੌਤ ਦੇ ਅਸਲ ਕਾਰਨਾਂ ਦੀ ਪੜਤਾਲ ਦੀ ਰਿਪੋਰਟ ਆ ਜਿਹੜੀ ਉਹ ਦਰਜ ਕਰਵਾਉਣੀ ਪਊਗੀ। ਸੋ ਉਸ ਟੱਬਰ ਨੂੰ ਇਨਸਾਫ ਮਿਲੇ, ਬਾਕੀ ਸਾਰੇ ਲੋਕਾਂ ਨੂੰ ਇਨਸਾਫ ਮਿਲੇ, ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ। ਬਿਲਕੁਲ। ਸੋ ਲਗਾਤਾਰ ਕਿਸਾਨੀ ਅੰਦੋਲਨ ਜਾਰੀ ਹੈ, ਕਿਸਾਨੀ ਸੰਘਰਸ਼ ਮੁੜ ਤੋਂ ਜੋ ਸਿਖਰ ਦੇ ਵੱਲ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅਜਿਹੇ ਦੇ ਵਿੱਚ ਰੇੜਕਾ ਵੀ ਲਗਾਤਾਰ ਬਰਕਰਾਰ ਹੈ, ਕਿਉਂਕਿ ਕੇਂਦਰ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਏਗਾ, ਸਿਰਫ ਸੋਧਾਂ ਹੀ ਕੀਤੀਆਂ ਜਾਣਗੀਆਂ, ਤੇ ਜਦਕਿ ਕਿਸਾਨ ਆਗੂਆਂ ਦੀ ਮੰਗ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਘਰਾਂ ਨੂੰ ਮੁੜਨਗੇ। ਇਸ ਸੰਬੰਧੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਇੰਨਾ ਹੀ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸੋਨੂੰ ਸਿੰਘ ਟਾਣਾ ਜੀ ਨੂੰ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।